ਗੁਰਮਤਿ ਐਜੂਕੇਸ਼ਨ ਸੁਸਾਇਟੀ ਦੇ ਹਫ਼ਤਾਵਾਰੀ ਪ੍ਰੋਗਰਾਮ ਇਤਿਹਾਸ ਸਾਂਝ ਦੇ ਵਿੱਚ ਮੈਂ ਸਤਵਿੰਦਰ ਸਿੰਘ ਆਪ ਜੀ ਦੇ ਨਾਲ ਚੱਲ ਰਹੀ ਲੜੀ ਦੇ ਅਧੀਨ ਫਾਰਸੀ ਸਰੋਤਾਂ ਦੀ ਪੜਚੋਲ ਬਾਰੇ ਅੱਜ ਦੀ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਇਆ ਹਾਂ। ਅੱਜ ਦੀ ਵਿਚਾਰ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰ ਸਾਰੇ ਹੀ ਸਰੋਤਿਆਂ ਨੇ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਨੂੰ ਪੜ੍ਹਨ ਵਾਲਿਆਂ, ਲਿਖਣ ਵਾਲਿਆਂ ਅਤੇ ਪ੍ਰਚਾਰਨ ਵਾਲਿਆਂ ਦੇ ਵੱਲੋਂ ਇੱਕ ਗੱਲ ਆਮ ਧਾਰਨਾ ਦੇ ਰੂਪ ਵਿੱਚ ਕਹੀ ਜਾਂਦੀ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਹੈ, ਬਣਾਇਆ ਹੈ, ਪਰ ਉਸ ਨੂੰ ਲਿਖ ਕੇ ਸਾਂਭਿਆ ਨਹੀਂ। ਸਿੱਖ ਇਤਿਹਾਸ ਦੇ ਸੰਬੰਧ ਵਿੱਚ ਇੱਕ ਗੱਲ ਆਮ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਮੇਂ ਦੇ ਪ੍ਰਮਾਣਿਕ ਹਵਾਲਾ ਸਰੋਤਾਂ ਦੀ ਬਹੁਤ ਹੀ ਘਾਟ ਹੈ। ਇਸ ਦੇ ਕੁਝ ਕਾਰਨ ਹਨ। ਉਹਨਾਂ ਕਾਰਨਾਂ ਦੀ ਅਸੀਂ ਇੱਥੇ ਵਿਚਾਰ ਚਰਚਾ ਆਰੰਭ ਕਰਦੇ ਹਾਂ। ਸਿੱਖ ਧਰਮ ਪੰਜਾਬ ਵਿੱਚ ਪੈਦਾ ਹੋਇਆ। ਪੰਜਾਬ ਭਾਰਤ ਦਾ ਇੱਕ ਹਿੱਸਾ ਸੀ। ਭਾਰਤ ਤੇ ਮੁਗਲਾਂ ਦਾ ਰਾਜ ਸੀ। ਮੁਗਲ ਸਮਕਾਲੀ ਲੇਖਕਾਂ ਅਤੇ ਨਿਕਟ ਸਮਕਾਲੀ ਲੇਖਕਾਂ ਦੇ ਵੱਲੋਂ ਆਪਣਾ ਜ਼ਿਆਦਾ ਧਿਆਨ ਮੁਗਲ ਸਮਰਾਟ ਅਤੇ ਉਹਨਾਂ ਦੇ ਸਾਮਰਾਜ ਵੱਲ ਰੱਖਿਆ ਗਿਆ, ਜਿਸ ਕਰਕੇ ਉਹਨਾਂ ਦੁਆਰਾ ਲਿਖੀਆਂ ਗਈਆਂ ਲਿਖਤਾਂ ਦੇ ਵਿੱਚ ਪੰਜਾਬ ਜਾਂ ਪੰਜਾਬ ਨਾਲ ਸੰਬੰਧਿਤ ਘਟਨਾਵਾਂ ਦਾ ਬਹੁਤ ਘੱਟ ਵੇਰਵਾ ਪ੍ਰਾਪਤ ਹੁੰਦਾ ਹੈ। ਮੁਗਲ ਰਾਜ ਦੀ ਰਾਜ ਭਾਸ਼ਾ ਫਾਰਸੀ ਸੀ। ਫਾਰਸੀ ਭਾਸ਼ਾ ਦੇ ਵਿੱਚ ਮੁਗਲ ਰਾਜ ਦੇ ਦਰਬਾਰੀਆਂ ਦੇ ਵੱਲੋਂ ਅਨੇਕਾਂ ਹੀ ਰੋਜ਼ਨਾਮਚੇ, ਸ਼ਾਹੀ ਜੀਵਨੀਆਂ ਅਤੇ ਹੋਰ ਦਸਤਾਵੇਜ਼ ਲਿਖੇ ਗਏ। ਇਹਨਾਂ ਸਾਰੇ ਹੀ ਸਰੋਤਾਂ ਦੇ ਵਿੱਚ ਖਾਸ ਕਰਕੇ ਮੁਗਲ ਸਮਰਾਟਾਂ ਦੇ ਜੀਵਨ ਨਾਲ ਸੰਬੰਧਿਤ ਕਾਰਨਾਮਿਆਂ ਅਤੇ ਘਟਨਾਵਾਂ ਦੇ ਵਿੱਚ ਮੁਗਲ ਬਾਦਸ਼ਾਹਾਂ ਦੀਆਂ ਸਿਫਤਾਂ ਦੇ ਪੁਲ ਬਣੇ ਗਏ ਆਮ ਜਾਣਕਾਰੀ ਜਾਂ ਆਮ ਘਟਨਾਵਾਂ ਦਾ ਇਸ ਵਿੱਚ ਜ਼ਿਕਰ ਬਹੁਤ ਹੀ ਘੱਟ ਜਾਂ ਨਾ ਮਾਤਰ ਹੈ। ਮੁਗਲ ਬਾਦਸ਼ਾਹ ਬਾਬਰ, ਹਮਾਯੂ, ਅਕਬਰ, ਸ਼ਾਹਜਹਾਨ, ਜਹਾਂਗੀਰ, ਔਰੰਗਜ਼ੇਬ ਇਹ ਗੁਰੂ ਸਾਹਿਬ ਜੀ ਦੇ ਸਮਕਾਲੀ ਹਨ। ਬਾਬਰ ਗੁਰੂ ਨਾਨਕ ਸਾਹਿਬ ਜੀ ਦਾ ਸਮਕਾਲੀ ਹੈ। ਹਮਾਯੂ ਗੁਰੂ ਅੰਗਦ ਸਾਹਿਬ ਜੀ ਦਾ ਸਮਕਾਲੀ ਹੈ। ਅਕਬਰ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸਮਕਾਲੀ ਹੈ। ਜਹਾਂਗੀਰ ਗੁਰੂ ਅਰਜਨ ਸਾਹਿਬ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਕਾਲੀ ਹੈ। ਸ਼ਾਹਜਹਾਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਕਾਲੀ ਹੈ। ਔਰੰਗਜ਼ੇਬ ਗੁਰੂ ਹਰਰਾਏ, ਗੁਰੂ ਹਰਕ੍ਰਿਸ਼ਨ, ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਮਕਾਲੀ ਹੈ। ਇਹਨਾਂ ਮੁਗਲ ਬਾਦਸ਼ਾਹਾਂ ਦੇ ਵੱਲੋਂ ਆਪਣੇ ਜੀਵਨ ਸੰਦਰਭ ਵਿੱਚ ਸਵੈ ਜੀਵਨੀਆਂ ਲਿਖਵਾਈਆਂ ਗਈਆਂ। ਇਹਨਾਂ ਲਿਖੀਆਂ ਗਈਆਂ ਸਵੈ ਜੀਵਨੀਆਂ ਦੇ ਵਿੱਚ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਘਟਨਾਵਾਂ ਦੀ ਬਹੁਤ ਘਾਟ ਹੈ। ਪਰ ਜੇ ਕਿਤੇ ਕੁਝ ਗੱਲਾਂ ਸਿੱਖ ਇਤਿਹਾਸ ਜਾਂ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਮਿਲਦੀਆਂ ਵੀ ਹਨ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ, ਭਾਵ ਉਹ ਭਰੋਸੇਯੋਗ ਨਹੀਂ ਹਨ। ਇੱਕ ਗੱਲ ਬੜੀ ਹੀ ਧਿਆਨ ਦੇਣ ਯੋਗ ਹੈ, ਉਹ ਇਹ ਹੈ ਕਿ ਮੁਗਲ ਸਮਰਾਟਾਂ ਅਤੇ ਮੁਗਲ ਬਾਦਸ਼ਾਹਾਂ ਦੇ ਵੱਲੋਂ ਬਹੁਤ ਲੰਮੇ ਸਮੇਂ ਬਾਅਦ ਸਿੱਖ ਸੰਗਠਨ ਅਤੇ ਸਿੱਖ ਅਦਾਰਿਆਂ ਦੇ ਵੱਲ ਗੰਭੀਰ ਰੂਪ ਵਿੱਚ ਧਿਆਨ ਦਿੱਤਾ ਗਿਆ। ਜਦੋਂ ਉਹਨਾਂ ਦਾ ਧਿਆਨ ਸਿੱਖ ਅਦਾਰਿਆਂ, ਗੁਰੂ ਘਰ ਅਤੇ ਸਿੱਖ ਸੰਗਠਨ ਵੱਲ ਗਿਆ, ਉਸ ਧਿਆਨ ਦੇ ਪਿੱਛੇ ਮੂਲ ਕਾਰਨ ਇਹ ਸੀਗਾ ਕਿ ਗੁਰੂ ਸਾਹਿਬ ਜੀ ਵੱਲੋਂ ਸਮਝਾਈ ਗਈ ਸੱਚੀ ਤੇ ਸੁੱਚੀ ਜੀਵਨ ਜਾਚ ਨੂੰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਮੁਸਲਮਾਨ ਸਿੱਖ ਧਰਮ ਵਿੱਚ ਆ ਗਏ। ਜਦੋਂ ਉਹਨਾਂ ਨੇ ਸਿੱਖ ਧਰਮ ਅਪਣਾ ਲਿਆ, ਉਹਨਾਂ ਨੇ ਸਿੱਖ ਧਰਮ ਗ੍ਰਹਿਣ ਕਰ ਲਿਆ, ਤਾਂ
ਚੁਗਲਖੋਰਾਂ ਵੱਲੋਂ ਕੀਤੀਆਂ ਗਈਆਂ ਚੁਗਲੀਆਂ ਤੋਂ ਪ੍ਰਭਾਵਿਤ ਹੋ ਕੇ ਮੁਗਲ ਬਾਦਸ਼ਾਹਾਂ ਦੇ ਵੱਲੋਂ ਕੁਝ ਗਲਤ ਫੈਸਲੇ ਵੀ ਕੀਤੇ ਗਏ, ਜਿਸ ਦੀ ਇੱਕ ਮਿਸਾਲ ਸਾਨੂੰ ਜਹਾਂਗੀਰ ਦੇ ਵੱਲੋਂ ਲਿਖਵਾਈ ਗਈ ਉਸ ਦੀ ਆਪਣੀ ਸਵੈ ਜੀਵਨੀ ਤੁਝ ਕੇ ਜਹਾਂਗੀਰੀ ਵਿੱਚੋਂ ਮਿਲਦੀ ਹੈ, ਜਿਸ ਵਿੱਚ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਰੇ ਜਾਂ ਗੁਰੂ ਘਰ ਬਾਰੇ ਇਹ ਗੱਲ ਲਿਖਦਾ ਹੈ ਕਿ ਇਹ ਝੂਠ ਦੀ ਦੁਕਾਨ ਹੈ ਅਤੇ ਇਹ 3-4 ਪੁਸ਼ਤਾਂ ਤੋਂ ਚੱਲ ਰਹੀ ਹੈ, ਮੈਂ ਇਸ ਨੂੰ ਬੰਦ ਕਰਕੇ ਹੀ ਹਟਾਂਗਾ। ਸੋ ਇਤਿਹਾਦਕ ਜੇ ਉਹਨਾਂ ਨੇ ਆਪਣੇ ਸਰੋਤਾਂ ਦੇ ਵਿੱਚ ਕੋਈ ਜਾਣਕਾਰੀ ਦਿੱਤੀ ਵੀ ਹੈ ਤਾਂ ਉਸ ਦੇ ਪਿੱਛੇ ਇੱਕ ਗੰਭੀਰ ਸਵਾਲ ਇਹ ਸੀਗਾ ਕਿ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਸਿੱਖ ਧਰਮ ਪ੍ਰਤੀ ਈਰਖਾ, ਦਵੇਸ਼ ਜਾਂ ਗੁਰੂ ਸਾਹਿਬ ਜੀ ਪ੍ਰਤੀ ਕਿਤੇ ਨਾ ਕਿਤੇ ਮੰਦ ਭਾਵਨਾ ਬੈਠੀ ਹੋਈ ਸੀ। ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਨਿਕਟ ਸਮਕਾਲੀ ਅਤੇ ਮੁਸਲਮਾਨ ਸਮਕਾਲੀ ਲੇਖਕਾਂ ਦੇ ਵੱਲੋਂ ਲਿਖੀਆਂ ਗਈਆਂ ਲਿਖਤਾਂ ਦੇ ਵਿੱਚ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਘਟਨਾਵਾਂ ਅਤੇ ਕਾਰਨਾਮਿਆਂ ਦਾ ਬਹੁਤ ਹੀ ਘੱਟ ਜਾਂ ਇਉਂ ਕਹਿ ਲਓ ਨਾ ਮਾਤਰ ਜ਼ਿਕਰ ਹੈ। ਜੇ ਅਸੀਂ 10ਵੇਂ ਪਾਤਸ਼ਾਹ ਤੱਕ ਦੀ ਗੱਲ ਕਰੀਏ ਤਾਂ ਇੱਕ ਮੁਸਲਮ ਲਿਖਾਰੀ ਮੁਨਸਨਫਾਨੀ ਤੋਂ ਬਿਨਾਂ ਬਾਕੀ ਲਿਖਾਰੀਆਂ ਵੱਲੋਂ ਲਿਖੀਆਂ ਗਈਆਂ ਫਾਰਸੀ ਲਿਖਤਾਂ ਦੇ ਵਿੱਚ ਬਹੁਤ ਘੱਟ ਜਾਣਕਾਰੀ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਸਾਨੂੰ ਪ੍ਰਾਪਤ ਹੁੰਦੀ ਹੈ। ਹੁਣ ਅਸੀਂ ਪੜ੍ਹੇ ਲਿਖੇ ਹਿੰਦੂ ਵਰਗ ਬਾਰੇ ਗੱਲ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਕਾਲ ਵੇਲੇ ਸਮਕਾਲੀ ਪੜ੍ਹੇ ਲਿਖੇ ਹਿੰਦੂ ਵਰਗ ਵੱਲੋਂ ਵੀ ਕੁਝ ਸਰੋਤ ਲਿਖੇ ਗਏ, ਪਰ ਉਹਨਾਂ ਸਰੋਤਾਂ ਦੇ ਵਿੱਚ ਉਹਨਾਂ ਵੱਲੋਂ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਘਟਨਾਵਾਂ ਅਤੇ ਕਾਰਨਾਮਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦਾ ਮੂਲ ਕਾਰਨ ਇਹ ਸੀਗਾ ਕਿ ਗੁਰੂ ਸਾਹਿਬ ਜੀ ਵੱਲੋਂ ਹਿੰਦੂ ਧਰਮ ਦੇ ਵਿੱਚ ਪ੍ਰਚਲਿਤ ਮੂਰਤੀ ਪੂਜਾ, ਦੇਵ ਪੂਜਾ, ਜਾਤ ਪਾਤ, ਇਸਤਰੀ ਜਾਤੀ ਦੀ ਬੇਅਦਬੀ, ਤੀਰਥ ਯਾਤਰਾ ਆਦਿ ਦਾ ਭਰਵੇਂ ਰੂਪ ਵਿੱਚ ਖੰਡਨ ਕੀਤਾ ਗਿਆ, ਜਿਸ ਕਰਕੇ ਹਿੰਦੂ ਵਰਗ ਦੇ ਇਸ ਪੜ੍ਹੇ ਲਿਖੇ ਵਰਗ ਵੱਲੋਂ ਵੀ ਸਿੱਖ ਧਰਮ ਪ੍ਰਤੀ ਜਾਣਕਾਰੀ ਪ੍ਰਤੀ ਬੇਰੁਖੀ ਦਾ ਰੂਪ ਹੀ ਧਾਰਨ ਕਰ ਲਿਆ ਗਿਆ। ਸਿੱਖ ਇਤਿਹਾਸ ਨਾਲ ਸੰਬੰਧਿਤ ਸਰੋਤਾਂ ਦੀ ਘਾਟ ਦਾ ਇੱਕ ਮੂਲ ਕਾਰਨ ਇਹ ਵੀ ਹੈ ਕਿ ਲੰਮਾ ਸਮਾਂ ਪੰਜਾਬ ਦੀ ਧਰਤੀ 'ਤੇ ਅਸ਼ਾਂਤੀ ਰਹੀ, ਜਿਸ ਵਿੱਚ ਸਿੱਖ ਮੁਗਲ ਸੰਘਰਸ਼, ਸਿੱਖ ਅਫਗਾਨ ਸੰਘਰਸ਼ ਚੱਲਦਾ ਰਿਹਾ, ਜਿਸ ਵਿੱਚ ਅਨੇਕਾਂ ਹੀ ਕੀਮਤੀ ਦਸਤਾਵੇਜ਼ ਜੋ ਸਾਡੇ ਤੱਕ ਨਹੀਂ ਪਹੁੰਚ ਸਕੇ ਅਤੇ ਜੋ ਉਸ ਸੰਘਰਸ਼ ਦੀ ਭੇਟ ਚੜ੍ਹ ਗਏ, ਬਰਬਾਦ ਹੋ ਗਏ, ਨਸ਼ਟ ਹੋ ਗਏ। ਸੋ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਅਸੀਂ ਇਤਿਹਾਸਕ ਸਰੋਤਾਂ ਦੀ ਘਾਟ ਬਾਰੇ ਕੁਝ ਚੋਣਵੇਂ ਕਾਰਨ ਸਾਂਝੇ ਕੀਤੇ ਹਨ। ਇਹ ਕਾਰਨ ਫਾਰਸੀ ਸਰੋਤਾਂ ਦੇ ਸੰਦਰਭ ਵਿੱਚ ਹਨ। ਆਸ ਹੈ ਕਿ ਆਪ ਜੀ ਨੂੰ ਸਾਡੀ ਇਹ ਵਿਚਾਰ ਚਰਚਾ ਪਸੰਦ ਆਈ ਹੋਵੇਗੀ। ਇੱਥੇ ਹੀ ਅਸੀਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।